जी हाँ, एक बार फिर कला ਦੇ ਅੰਗ ਸੰਗ ਵਿੱਚ ਤੁਹਾਨੂੰ ਸਾਰਿਆਂ ਨੂੰ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਮੈਂ ਹਮੇਸ਼ਾ ਹੀ ਕਿਸੇ ਕਲਾਮਈ ਸ਼ਖਸੀਅਤ ਨੂੰ ਲਿਆ ਕੇ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ। ਪਿਛਲੇ ਹਫਤੇ ਤੁਸੀਂ ਮੰਗਾ ਸਿੰਘ ਬਾਸੀ ਹੋਰਾਂ ਨਾਲ ਇੱਕ ਕਵੀ ਦੇ ਤੌਰ ਤੇ ਗੱਲਬਾਤ ਸਾਡੀ ਸੁਣੀ ਸੀ। ਮੇਰਾ ਜੀ ਕਰਦਾ ਸੀ ਉਹਨਾਂ ਦੇ ਹੀ ਪਿੰਡ ਦੇ ਬੀੜਬੰਸੀਆਂ ਦੇ ਹੀ ਇੱਕ ਐਸੀ ਸ਼ਖਸੀਅਤ ਸੁੱਚਾ ਸਿੰਘ, ਜਿਨ੍ਹਾਂ ਨੂੰ ਬਹੁਤ ਸਾਰੇ ਲੋਕ ਇਸ ਤਰ੍ਹਾਂ ਜਾਣਦੇ ਆ ਕਿ ਜਿਨ੍ਹਾਂ ਨੇ ਕੈਰੋਂ ਦਾ ਕਤਲ ਕੀਤਾ ਸੀ, ਪਰ ਇਹਦੇ ਬਾਰੇ ਵਿੱਚ ਵੀ ਬਹੁਤ ਸਾਰੀਆਂ ਦੋਰਾਵਾਂ ਹੈਗੀਆਂ ਨੇ। ਅਤੇ ਉਹਨਾਂ ਦੀ ਸੁੱਚਾ ਸਿੰਘ ਬਾਰੇ ਉਹਨਾਂ ਦੀ ਧਰਮ ਪਤਨੀ ਹਰਭਜਨ ਕੌਰ ਬਾਸੀ ਹੋਰਾਂ ਨੇ ਇਹ ਪੁਸਤਕ ਲਿਖੀ ਹੋਈ ਆ, ਜਿਸ ਦਾ ਉਹਨਾਂ ਨੇ ਜ਼ਿਕਰ ਕੀਤਾ ਡੂੰਘੇ ਜ਼ਖਮ। ਅਤੇ ਇਸੇ ਲੜੀ ਦੇ ਵਿੱਚ ਸੁੱਚਾ ਸਿੰਘ ਬਾਰੇ ਗੱਲ ਕਰਨ ਲਈ, ਕਿਉਂਕਿ ਉਹ ਬੀੜਬੰਸੀਆਂ ਦੇ ਸਨ ਅਤੇ ਮੰਗਾ ਸਿੰਘ ਬਾਸੀ ਦਾ ਪਿੰਡ ਵੀ ਬੀੜਬੰਸੀਆਂ, ਮੈਂ ਅੱਜ ਉਹਨਾਂ ਨੂੰ ਬੇਨਤੀ ਕੀਤੀ ਅਤੇ ਉਹਨਾਂ ਨੇ ਬੇਨਤੀ ਪ੍ਰਵਾਨ ਕੀਤੀ। ਮੈਂ ਪਹਿਲਾਂ ਤਾਂ ਧੰਨਵਾਦ ਕਰਦਾ, ਤੁਸੀਂ ਇਸ ਮੇਰੀ ਬੇਨਤੀ ਨੂੰ ਕਬੂਲ ਕਰਕੇ ਮੰਗਾ ਜੀ ਆਏ, ਅਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਆਉਣ ਲਈ। ਥੈਂਕ ਯੂ ਮੋੜੀ। ਆਪਾਂ ਪਹਿਲੀ ਇੰਟਰਵਿਊ ਦੇ ਵਿੱਚ ਗੱਲ ਕੀਤੀ ਸੀ ਬੀੜਬੰਸੀਆਂ ਪਿੰਡ। ਤੁਸੀਂ ਦੱਸਿਆ ਵੀ ਬਾਸੀ ਜਦੋਂ ਬੀੜ ਦੇ ਉੱਤੇ ਆ ਕੇ ਉਹਨਾਂ ਨੇ ਰਹਿਣਾ ਸ਼ੁਰੂ ਕੀਤਾ ਤਾਂ ਉਹ ਤੁਹਾਡੇ ਪਿੰਡ ਦੇ ਵਿੱਚ ਜਿਹੜੀ ਬੀੜ ਉੱਚੀ ਜਗ੍ਹਾ ਥੇਵਾ ਵਾਂਗੂ ਹੈਗੀ ਆ, ਜਿਹਦੇ ਵਿੱਚ ਦੱਸਿਆ ਤੁਸੀਂ ਵੀ ਪੁਰਾਣੀਆਂ ਚੀਜ਼ਾਂ ਲੱਭਦੀਆਂ ਨੇ। ਉਸ ਪਿੰਡ ਦੇ ਵਿੱਚ ਰਹਿੰਦੇ ਹੋਏ ਤੁਹਾਡੇ ਪਿੰਡ ਦੀ ਜਿਹੜੀ ਸ਼ਖਸੀਅਤ ਸੁੱਚਾ ਸਿੰਘ, ਜਿਹਨੇ ਕਿ ਪਹਿਲਵਾਨ ਦੇ ਤੌਰ 'ਤੇ, ਚੈਂਪੀਅਨ ਦੇ ਤੌਰ 'ਤੇ ਨਾਮਣਾ ਖੱਟਿਆ, ਅਤੇ ਬਾਅਦ ਦੇ ਵਿੱਚ ਉਹ ਉਹਨਾਂ ਦੇ ਉੱਤੇ ਜਿਸ ਤਰ੍ਹਾਂ ਉਹਨਾਂ ਦੀ ਪਤਨੀ ਦੇ ਮੁਤਾਬਕ ਤਾਂ ਇਹ ਕਿਹਾ ਜਾਂਦਾ ਹੈਗਾ ਕਿ ਉਹ ਸਾਡੇ ਜਿਹੜੇ ਉਹਨਾਂ ਤੋਂ ਕੈਰੋਂ ਹੋਰਾਂ ਤੋਂ ਬਾਅਦ ਦਰਬਾਰਾ ਸਿੰਘ ਮੁੱਖ ਮੰਤਰੀ ਰਹੇ ਨੇ, ਵੀ ਉਹਨਾਂ ਦੀ ਸਾਰੀ ਸਾਜ਼ਿਸ਼ ਕਰਕੇ ਉਹਨਾਂ ਨੇ ਇਹਨਾਂ ਦੇ ਉੱਤੇ ਕੇਸ ਪਾਇਆ, ਜਦ ਕਿ ਸੁੱਚਾ ਸਿੰਘ ਦਾ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਸੀ। ਆਸੇ ਪਾਸੇ ਹੋਰ ਪਾਸੇ ਇਹ ਵੀ ਨੇ ਵੀ ਉਹ ਲੋਕ ਕਹਿੰਦੇ ਨੇ ਵੀ ਹਾਂ ਸੁੱਚਾ ਸਿੰਘ ਹੋਰਾਂ ਨੇ ਕੀਤਾ ਸੀ। ਸਭ ਤੋਂ ਪਹਿਲਾਂ ਤਾਂ ਮੈਨੂੰ ਇਹ ਦੱਸੋ ਬਈ ਤੁਸੀਂ ਪਿੰਡ ਦੇ ਵਿੱਚ ਜਦੋਂ ਜਵਾਨ ਹੋ ਰਹੇ ਸੀ, ਕੀ ਤੁਸੀਂ ਸੁੱਚਾ ਸਿੰਘ ਨੂੰ ਦੇਖਿਆ? ਨਹੀਂ ਮੋਹਨ ਜੀ, ਮੈਂ ਸੁੱਚਾ ਸਿੰਘ ਨੂੰ ਪਿੰਡ ਦੇ ਵਿੱਚ ਵਿਚਰਦਾ ਨਹੀਂ ਦੇਖਿਆ, ਪਰ ਗੱਲਾਂ ਬਹੁਤ ਸੁਣੀਆਂ। ਅੱਜ ਤੱਕ ਵੀ ਜਦੋਂ ਇੱਥੋਂ ਵੀ ਕੈਨੇਡਾ ਤੋਂ ਵਾਪਸ ਵੀ ਜਾਈਦਾ, ਸੁੱਚੇ ਦੀਆਂ ਗੱਲਾਂ ਆਮ ਤੌਰ 'ਤੇ ਤਾਸ਼ਾਂ ਦੀਆਂ ਢਾਣੀਆਂ ਵਿੱਚ, ਮਹਿਫਲਾਂ ਵਿੱਚ, ਮੇਲਿਆਂ ਵਿੱਚ ਆਮ ਗੱਲਾਂ ਹੁੰਦੀਆਂ ਕਿ ਨਿਰੰਗ ਸੋਂ ਸਰਦਾਰ ਨਿਰੰਗ ਸਿੰਘ ਦਾ ਪੋਤਾ ਇਸ ਤਰ੍ਹਾਂ ਸੀ, ਸਰਦਾਰ ਬਖਸ਼ੀਸ਼ ਸਿੰਘ ਦਾ ਮੁੰਡਾ ਇਸ ਤਰ੍ਹਾਂ ਸੀ, ਅਤੇ ਉਹ ਕਿਵੇਂ ਪਹਿਲਾ ਸਾਡੇ ਪਿੰਡ ਦਾ ਸੀ ਜਿਸ ਨੇ BA ਪਾਸ ਕੀਤੀ ਸੰਨ 47 ਦੇ ਵਿੱਚ। ਉਹਨਾਂ ਦਾ ਜਨਮ ਜਿਹੜਾ ਹੈਗਾ ਮਈ 1929 ਦਾ ਸੀ, ਅਤੇ ਸੰਨ 47 ਦੇ ਵਿੱਚ ਕਹਿੰਦੇ ਆ ਕਿ ਐਗਜ਼ਾਮ ਨਹੀਂ ਸੀ ਕਿਸੇ ਯੂਨੀਵਰਸਿਟੀ ਦੇ ਸਕੂਲਾਂ ਦੇ ਹੋਏ, ਅਤੇ ਉਹ ਰੌਲੇ ਪੈਣ ਕਾਰਨ ਪਾਰਟੀਸ਼ਨ ਕਰਕੇ ਉਹ ਸਾਰੇ ਦੀਆਂ ਸਾਰੀ ਕਲਾਸਿਸ ਜਿਹੜੀਆਂ ਉਹ ਪ੍ਰਮੋਟ ਕਰ ਦਿੱਤੀਆਂ ਗਈਆਂ ਨੈਕਸਟ ਕਲਾਸਿਸ ਨੂੰ। ਉਹ ਉਸ ਬੈਚ ਦਾ ਸੀ ਸੁੱਚਾ ਸਿੰਘ। ਅਤੇ ਸੁੱਚਾ ਸਿੰਘ ਪਿੰਡ ਦਾ ਪਹਿਲਾ BA ਔਰ ਓਨਲੀ ਮੇਰੇ ਪਿੰਡ ਦਾ ਫਸਟ ਸਟੂਡੈਂਟ ਸੀ ਜਿਹਨੇ ਕਿ ਖਾਲਸਾ ਕਾਲਜ ਅੰਮ੍ਰਿਤਸਰ ਤੋਂ BA ਕੀਤੀ ਸੀ, ਅਤੇ ਜਿਨ੍ਹਾਂ ਦੇ ਵਿੱਚ ਇਹ ਵੀ ਕਿਹਾ ਜਾਂਦਾ ਕਿ ਸੁਰਿੰਦਰ ਕੈਰੋਂ ਹੁਣੀ ਇਹਦੇ ਕਲਾਸ ਫੈਲੋ ਸੀਗੇ। ਹੀ ਵਾਜ਼ ਦਾ ਰੈਸਲਰ, ਹੀ ਵਾਜ਼ ਦਾ ਗੱਤਕਾ ਚੈਂਪੀਅਨ, ਅਤੇ ਹੀ ਵਾਜ਼ ਦਾ ਸਵਿਮਰ, ਗੁੱਡ ਸਪੀਕਰ। ਮੇਰੇ ਪਿੰਡ ਦਾ ਪਹਿਲਾ ਸਰਪੰਚ ਵਿਆਹ ਤੋਂ ਪਹਿਲਾਂ ਬਣਿਆ, ਅਤੇ ਫਿਰ ਯੂਰਪੀਅਨ ਚੈਂਪੀਅਨ, ਵਰਲਡ ਚੈਂਪੀਅਨ ਆਪਣੇ ਵੇਟ ਦੇ ਵਿੱਚ ਬਣਿਆ, ਪੋਲੈਂਡ ਚੈਂਪੀਅਨ ਬਣਿਆ, ਬ੍ਰਿਟਨ ਦਾ ਚੈਂਪੀਅਨ ਬਣਿਆ। ਸੋ ਹੀ ਵਾਜ਼ ਆਲ ਰਾਊਂਡਡ ਪਰਸਨ। ਬਹੁਤ ਮਤਲਬ ਇੱਕ ਦਿਲ ਖਿੱਚਵੀਂ ਸ਼ਖਸੀਅਤ ਸੀਗੀ। ਦੇਖੋ ਜੀ ਵੀ ਜੇ ਹੋ ਸਕੇ ਤਾਂ ਸ਼ੱਕ ਕੈਮਰਾ ਸ਼ਾਟ ਜੇ ਲੱਗ ਸਕਦਾ ਤਾਂ ਲਾਓ ਜੀ। ਇਹ ਸਰਦਾਰ ਸੁੱਚਾ ਸਿੰਘ ਹੈਗੇ। ਬਿਲਕੁਲ ਬਿਲਕੁਲ। ਅਤੇ ਇਹਦੇ ਜਦੋਂ ਪਿੰਡ ਦੇ ਵਿੱਚ ਸੁੱਚਾ ਸਿੰਘ ਦੀ ਗੱਲ ਚੱਲਦੀ ਹੈ, ਤੁਸੀਂ ਹੁਣ ਵੀ ਜਾਣਦੇ ਹੋ, ਲੋਕਾਂ ਦੀ ਉਹਦੇ ਬਾਰੇ ਕਿਸ ਤਰ੍ਹਾਂ ਦੀ, ਕਿਉਂਕਿ ਆਮ ਤੌਰ 'ਤੇ ਜਦੋਂ ਮੀਡੀਆ ਦੀ ਗੱਲ ਚੱਲਦੀ ਆ ਕੈਰੋਂ ਦੇ ਕਾਤਲ ਦੇ ਤੌਰ ਦੇ ਉੱਤੇ ਲੋਕ ਇਹਨਾਂ ਨੂੰ ਨੈਗੇਟਿਵ ਤੌਰ 'ਤੇ ਪੇਸ਼ ਕਰਦੇ ਆ। ਪਿੰਡ ਕਿਸ ਤਰ੍ਹਾਂ ਇਹਨਾਂ ਪਿੰਡ ਦੇ ਉੱਤੇ ਕਿਸ ਤਰ੍ਹਾਂ ਦਾ ਪ੍ਰਭਾਵ ਆ ਇਹਨਾਂ ਦੇ? ਪਿੰਡ ਦੇ ਹੁਣ ਜਿਹੜੇ ਬਜ਼ੁਰਗ ਸੀ ਬਹੁਤੇ ਇਹਨਾਂ ਤੋਂ ਵੱਡੇ ਕੋਈ ਰਹਿ ਗਏ, ਅਤੇ ਬਾਕੀ ਮੈਂ ਉਹ ਬਜ਼ੁਰਗਾਂ ਤੋਂ ਵੀ ਇਹਨਾਂ ਦੇ ਬਾਬਾ ਜੀ ਨੂੰ ਵੀ ਮੈਂ ਦੇਖਿਆ। ਜਿਹੜੇ ਬਾਬਾ ਜੀ ਇਹਨਾਂ ਨੂੰ ਫਾਂਸੀ ਜਿਹੜੀ ਸੀਗੀ ਹੋਈ ਸੀਗੀ 1972 30 ਅਕਤੂਬਰ 1972 ਦੇ ਵਿੱਚ, ਪਰ ਮੈਂ ਜੇਲ੍ਹ ਦੇ ਵਿੱਚ ਜਿਸ ਵੇਲੇ ਟਰੱਕ 'ਚ ਜਿੰਨੇ ਬਹਿ ਗਏ ਸੀ ਬੰਦੇ, ਮੈਂ ਉਦੋਂ 11ਵੀਂ 'ਚ ਪੜ੍ਹਦਾ ਸੀ, ਅਤੇ ਮੈਂ ਉੱਥੇ ਮਿਲਣ ਦਾ ਮੌਕਾ ਮਿਲਿਆ, ਔਰ ਉਹਨਾਂ ਨੇ ਸਾਨੂੰ ਸਿੱਖਾਂ 'ਚੋਂ ਜਿਹੜੀਆਂ ਮਤਲਬ ਬਾਰਜ਼ ਲੱਗੀਆਂ ਹੁੰਦੀਆਂ ਨਾ, ਮਤਲਬ ਜਿਹੜੀ ਇਹਨਾਂ ਦੀ ਕੋਹੜੀ ਸੀ ਜਿੱਥੇ ਇਹਨਾਂ ਨੂੰ ਬੰਦ ਕੀਤਾ ਹੋਇਆ ਸੀ, ਉਹ ਵਿੱਚ ਦੀ
ਜੱਫੀ ਪਾ ਕੇ ਮਿਲਦੇ ਸੀ ਔਰ ਪੁੱਛਦੇ ਸੀ ਆਪਣੇ ਬ੍ਰਦਰ ਨੂੰ, ਇਹਨਾਂ ਦਾ ਬ੍ਰਦਰ ਉਦੋਂ ਵੱਡਾ ਬ੍ਰਦਰ ਸਰਪੰਚ ਸੀ ਸਾਡੇ ਪਿੰਡ ਦਾ, ਸਰਦਾਰ ਗੁਰਮੀਤ ਸਿੰਘ, ਵੀ ਇਹ ਕਿਹਦਾ ਪੋਤਾ ਤੇ ਕਿਹਦਾ ਲੜਕਾ ਹੈਗਾ। ਤੇ ਫਿਰ ਜਦੋਂ ਮੇਰਾ ਨਾਂ ਲਿਆ ਤੇ ਉਹ ਕਹਿੰਦੇ ਵੀ ਮੈਂ ਸੁਣਿਆ ਮੁੰਡਾ ਪੜ੍ਹਦਾ, ਤੇ ਉਹ ਕਹਿੰਦੇ ਹਾਂ ਬਈ 11ਵੀਂ 'ਚ ਪੜ੍ਹਦਾ। ਕਹਿੰਦੇ ਪੁੱਤ ਨਾਲੇ ਕੁੱਟ ਲਿਆ, ਕਹਿੰਦਾ ਇੱਦਾਂ ਕਰੀ ਵੀ ਇਹ ਪੜ੍ਹਾਈ ਆਪਣੇ ਤੱਕ ਸੀਮਿਤ ਨਹੀਂ ਰੱਖਣੀ, ਔਰ ਜ਼ਰੂਰੀ ਨਹੀਂ ਕਿ ਨੌਕਰੀ ਪ੍ਰਾਪਤ ਕਰਨ ਲਈ ਤੁਸੀਂ ਪੜ੍ਹਾਈ ਕਰਨੀ ਆ। ਇਹ ਪੜ੍ਹਾਈ ਗਿਆਨ ਪ੍ਰਾਪਤੀ ਦਾ ਇੱਕ ਸੋਰਸ ਆ, ਇਹਨੂੰ ਆਪ ਪੜ੍ਹਨਾ, ਤੇ ਜਿਨ੍ਹਾਂ ਦੇ ਭਾਗਾਂ 'ਚ ਨਹੀਂ ਹੋਇਆ ਉਹਨਾਂ ਨੂੰ ਵੀ ਇਹ ਰਸ ਪਿਲਾਉਣ ਦੀ ਕੋਸ਼ਿਸ਼ ਕਰਨੀ। ਇਹਨਾਂ ਸ਼ਬਦਾਂ ਨਾਲ ਫਿਰ ਮੇਰੀ ਗੱਲ ਬੱਕਰੀ ਉਹਨਾਂ ਨੇ ਛੱਡ ਦਿੱਤੀ। ਇਹ ਤਾਂ ਬਹੁਤ ਵੱਡੀ ਗੱਲ ਉਹਨਾਂ ਨੇ ਕਹਿ ਦਿੱਤੀ। ਆਮ ਤੌਰ 'ਤੇ ਪੜ੍ਹਾਈ ਲੋਕ ਨੌਕਰੀ ਲਈ ਕਰਦੇ ਆ, ਤੇ ਸ਼ਾਇਦ ਮੇਰੇ ਖਿਆਲ ਕੋਈ ਵੱਖਰੀ ਰੂਹ ਸੀ ਆਮ ਲੋਕਾਂ ਤੋਂ। ਇਹਨਾਂ ਗੱਲਾਂ ਤੋਂ ਐਂ ਤਾਂ ਲੱਗਦਾ ਨਹੀਂ ਵੀ ਉਹਨੇ ਇਹ ਕਤਲ ਕੀਤਾ ਹੋਵੇ। ਕਤਲ ਇਹ ਤਾਂ ਵੱਖ-ਵੱਖ ਧਾਰਨਾਵਾਂ ਆਪਾਂ ਸੁਣਦੇ ਜਾਂ ਪੜ੍ਹਦੇ ਰਹੇ। ਇੱਕ ਦਿਨ ਸਰਦਾਰ ਮਨੋਹਰ ਸਿੰਘ ਗਿੱਲ ਹੁਣੀ ਵੀ ਇਸ ਅਸੈਸੀਨੇਸ਼ਨ ਬਾਰੇ ਗੱਲ ਕਰ ਰਹੇ ਸੀਗੇ, ਕਤਲਕਾਂਡ ਬਾਰੇ ਗੱਲ ਕਰ ਰਹੇ ਸੀਗੇ, ਤੇ ਹੋਰ ਅਨੇਕਾਂ ਪਿੰਡ ਦੇ ਲੋਕਾਂ ਤੋਂ ਜਿਹੜੇ ਇਹਨਾਂ ਦੇ ਦੋਸਤ ਮੇਰੇ ਪਿੰਡੂ ਸੀਗੇ, ਜਿਹੜੇ ਇਹਨਾਂ ਨਾਲ ਘੁਲਦੇ ਰਹੇ, ਜਿਹੜੇ ਇਹਨਾਂ ਨਾਲ ਖੇਡਦੇ ਰਹੇ, ਉਹਨਾਂ ਦੀਆਂ ਕਹਾਣੀਆਂ। ਤੇ ਮੈਂ ਸਿੱਧਾ ਕਿਸੇ ਤੋਂ ਇਹ ਨਹੀਂ ਕਿਹਾ ਕਿ ਹਾਂ ਸੁੱਚੇ ਨੇ ਕਤਲ ਕੀਤਾ ਸੀ। ਜਿਹੜਾ ਇਹਨਾਂ ਨੇ ਜੇਲ੍ਹ ਦੇ ਵਿੱਚ ਬੈਠਿਆਂ ਨੇ ਵੀ ਲਿਖਿਆ, ਮਤਲਬ ਈਵਨ ਇਹੋ ਜਿਹੇ ਆਪਣੀ ਜਿਹੜੀ ਸੀਗੀ ਵਸੀਅਤਨਾਮਾ ਵੀ ਲਿਖ ਗਿਆ ਸੀ ਆਪਣੇ ਭਰਾ ਨੂੰ ਵੀ ਜਿਹੜੀ ਜ਼ਮੀਨ ਆ ਉਹ ਕਿਸ ਤਰ੍ਹਾਂ ਕਰਨੀ, ਮੇਰੀ ਲੜਕੀ ਨੂੰ ਦੇਣੀ ਆ ਜਾਂ ਲੜਕੇ ਨੂੰ ਦੇਣੀ, ਜਾਂ ਕਿਸ ਤਰ੍ਹਾਂ ਕਰਨੀ, ਮੇਰੇ ਹਿੱਸੇ ਕੀ ਆਵੇ, ਉਹ ਵੀ ਲਿਖ ਗਏ ਸੀਗੇ। ਤੇ ਉਹ ਉਹਨਾਂ ਦੀ ਹੱਥ ਲਿਖਤ ਜਿਹੜੀ ਇਹਨਾਂ ਦੇ ਵੱਡੇ ਭਰਾ ਨੇ ਫਿਰ ਮੈਨੂੰ ਦਿੱਤੀ ਸੀ, ਔਰ ਮੈਂ ਆਪ ਫਿਰ ਆਪਣੀ ਪੈਨ ਦੇ ਨਾਲ ਉਸ ਵੇਲੇ 72 ਦੀ ਗੱਲ ਆ ਉਹ ਸਾਰੀ ਉਤਾਰ ਲਈ ਸੀ। ਹੋ ਸਕਦਾ ਮੇਰੇ ਘਰ ਪਈ ਵੀ ਹੋਵੇ, ਇਹਦੇ ਵਿੱਚ ਉਹ ਸਾਰੀ ਲਿਖੀ ਹੋਈ ਆ। ਤੇ ਪਰ ਕਿਤੇ ਇਹ ਨਹੀਂ ਕਿਹਾ ਇਹ ਉਹਨਾਂ ਨੇ ਵੀ ਆਪ ਆਪਣੀ ਲਿਖਤ ਦੇ ਵਿੱਚ ਵੀ ਇਹ ਕਿਹਾ ਕਿ ਮੈਨੂੰ ਇਸ ਕੇਸ ਦਾ ਚੀਫ ਕੰਸਪੀਰੇਟਰ ਬਣਾਇਆ ਗਿਆ। ਪਹਿਲਾ ਜਾਣੀ ਮੋਹਰੀਆਂ ਦੇ ਵਿੱਚ ਜੋੜ ਜਾਮਾ ਇਸ ਕੇਸ ਦਾ ਮੈਨੂੰ ਬਣਾਇਆ ਗਿਆ, ਜਿਸ ਤੋਂ ਇਹ ਪਤਾ ਲੱਗਦਾ ਕਿ ਇਹਨਾਂ ਨੇ ਕੀਤਾ ਨਹੀਂ। ਐਕਚੁਅਲੀ ਹੀ ਵਾਜ਼ ਵੈਰੀ ਕਲੋਜ਼ ਟੂ ਕੈਰੋਂ ਫੈਮਿਲੀ। ਸੁਰਿੰਦਰ ਕੈਰੋਂ ਸੁਣਦੇ ਆ ਕਿ ਉਹ ਇਹਨਾਂ ਦੇ ਕਲਾਸ ਫੈਲੋ ਸੀਗੇ ਔਰ ਇਕੱਠੇ ਹੀ ਖੇਡਦੇ ਰਹੇ ਆ, ਔਰ ਇਹਨਾਂ ਦਾ ਜਿਹੜਾ ਰਿਸ਼ਤਾ ਵੀ ਆ ਉਹ ਹੋ ਸਕਦਾ ਵੀ ਉਹਨਾਂ ਦੇ ਮਤਲਬ ਜਾਣਕਾਰੀ ਦੇ ਮੁਤਾਬਕ ਹੋਵੇ, ਕਿਉਂਕਿ ਇਹਨਾਂ ਦੀ ਮੈਰਿਜ ਜਿਹੜੀ ਉਹ ਵੀ ਅੰਮ੍ਰਿਤਸਰ ਦੇ ਵਿੱਚ ਹੋਈ ਸੀ। ਸੰਧੂ ਪਰਿਵਾਰ ਸੀ ਉਸ ਵੇਲੇ, ਸੰਧੂ ਬੱਸ ਸਰਵਿਸ ਉਹਨਾਂ ਦੀ ਸੀ, ਬੜੇ ਤਕੜੇ ਮਜੈਲ ਸਰਦਾਰ ਫੈਮਿਲੀ ਸੀਗੀ। ਤੇ ਕੈਰੋਂ ਸਾਹਿਬ ਦੇ ਬ੍ਰਦਰ ਦਾ ਲੜਕਾ ਇਹਨਾਂ ਦੀ ਵਾਈਫ ਦੀ ਚਾਚੇ ਦੀ ਲੜਕੀ ਨੂੰ ਵਿਆਹਿਆ ਹੋਇਆ ਸੀ। ਮਤਲਬ ਇਸ ਮੀਨਸ ਕੈਰੋ ਦੇ ਵਿੱਚ ਫੋਟੋ ਦੇ ਵਿੱਚ ਕੈਰੋ ਸਾਹਿਬ ਵਾਰਨਾ ਕਰਦੇ ਆ, ਕੈਰੋ ਸਾਹਿਬ ਲੈਕਚਰ ਕਰ ਰਹੇ ਆ। ਸੋ ਇਹੋ ਜਿਹੇ ਰਿਲੇਸ਼ਨ ਸੀਗੇ, ਨੇੜੇ ਸੀਗੇ। ਤੇ ਆਈ ਡਾਊਟ ਇਟ ਕਿ ਇਹਨਾਂ ਨੇ ਇਸ ਤਰ੍ਹਾਂ ਕੀਤਾ ਹੋਵੇ। ਬੜਾ ਮਤਲਬ ਕਹਿ ਲਓ ਕਿ ਲੋਕਾਂ ਦਾ ਦਰਦ ਪਹਿਚਾਨਣ ਵਾਲਾ ਇਨਸਾਨ ਸੀ। ਜਿੱਥੇ ਇੱਕ ਸਪੋਰਟਸਮੈਨ ਸੀ, ਉੱਥੇ ਇੱਕ ਉਦਾਰ ਚਿੱਤ ਆਦਮੀ ਵੀ ਸੀ। ਤੇ ਮੈਨੂੰ ਹੁਣ ਚੇਤਾ ਕਿ ਜਦੋਂ ਇਹਨਾਂ ਨੂੰ ਫਾਂਸੀ ਆ ਗਈ ਤੇ ਹਫ਼ਤਾ ਕੁ ਹੋਇਆ ਸੀ, ਤੇ ਚਿੱਟੇ ਕੱਪੜੇ ਪਾਏ ਇਹਨਾਂ ਦੇ ਬਾਬਾ ਜੀ ਸਰਦਾਰ ਨਿਰੰਗ ਸਿੰਘ ਨੇ, ਉਹ ਸਾਨੂੰ ਪ੍ਰੇਰਿਆ ਕਰਦਾ ਹੁੰਦੇ ਬੱਚਿਆਂ ਨੂੰ ਖੜੇ ਕਰਕੇ, ਉਹ ਬੱਚਿਓ ਸਾਇੰਸ ਪੜ੍ਹਿਓ, ਆਉਣ ਵਾਲੇ ਸਮੇਂ 'ਚ ਸਾਇੰਸ ਕੰਮ ਹੋਣੀ। ਉਦੋਂ 100 ਸਾਲ ਦਾ ਹੋਊਗਾ ਔਰ ਸੋਟੇ ਨਾਲ ਤੁਰਦਾ ਸੀ। ਇੱਕ ਦਿਨ ਦੀ ਗੱਲ ਆ, ਤਾਸ਼ ਖੇਡ ਰਹੇ ਸੀਗੇ ਢਾਣੀ। ਮੈਂ ਤਾਂ ਤਾਸ਼ ਕਦੇ ਖੇਡਿਆ ਹੀ ਨਹੀਂ ਸੀਗਾ, ਤੁਹਾਨੂੰ ਪਤਾ ਹੀ ਆ। ਤੇ ਸਾਡੇ ਮਾਸਟਰ ਬਲੈਸ ਸਿੰਘ ਸੀ, ਜਿਹੜੇ ਕਿ ਇਹਨਾਂ ਤੋਂ 2-3 ਸਾਲ ਛੋਟੇ ਸੀ, ਅੱਜ ਕੱਲ੍ਹ ਐਡਮਿੰਟਨ ਰਹਿੰਦੇ ਆ, ਤੇ ਉਹ ਵੀ ਸਪੋਰਟਸਮੈਨ ਰਹੇ ਆ। ਤੇ ਉਹ ਕਹਿੰਦੇ ਵੀ ਬੈਤ, ਉਹਨਾਂ ਨੂੰ ਬਲੈਸੋ ਨੂੰ ਬੈਤ ਕਹਿ ਕੇ ਬੁਲਾਇਆ ਸਰਦਾਰ ਨਿਰੰਗ ਸਿੰਘ ਇਹਨਾਂ ਦੇ ਬਾਬਾ ਜੀ ਨੇ। ਉਹ ਵੀ ਗੱਲ ਸੁਣ, ਆ ਜਿੱਦਣ ਦਾ ਮੁੰਡਾ ਇਹ ਦੁਨੀਆ ਨੂੰ ਛੱਡ ਗਿਆ, ਪਤਾ ਨਹੀਂ ਕੁਛ ਇੱਥੇ ਹੁੰਦਾ। ਤੇ ਬਲੈਸੋ ਕਹਿੰਦਾ ਕੋਈ ਨਹੀਂ ਤਾਇਆ ਜੀ, ਹੋ ਜਾਣਾ ਠੀਕ। ਤੇ ਉਹ ਇਸ ਤਰ੍ਹਾਂ ਹੀ ਕਰਦਾ ਰਿਹਾ। ਤੇ 1.25 ਮਹੀਨੇ ਬਾਅਦ ਇਹਨਾਂ ਦੀ ਫਾਂਸੀ ਲੱਗਣ ਤੋਂ 1.25 ਮਹੀਨੇ ਬਾਅਦ ਉਹਦੀ ਡੈਥ ਹੋਈ, ਬਾਅਦ ਵਿੱਚ ਹੋਈ ਤੁਰੇ ਫਿਰਦੇ ਦੀ। ਔਰ ਇੱਕ ਜਿਹੜੀ ਤੁਸੀਂ ਸਮਾਜ ਸੇਵਕ ਦੀ ਗੱਲ ਕੀਤੀ ਆ, ਹਾਂ, ਇਹਨਾਂ ਨੇ ਫਾਂਸੀ ਲੱਗਣ ਤੋਂ ਪਹਿਲਾਂ ਇਹ ਵਸੀਅਤ ਦੇ ਵਿੱਚ ਇਹ ਵੀ ਕਰ ਦਿੱਤਾ ਸੀ ਕਿ ਮੇਰੀਆਂ ਅੱਖਾਂ, ਮੇਰੇ ਜਿਹੜੇ ਅੰਗ ਨੇ, ਇਹ ਦਾਨ ਕਰ ਦਿੱਤੇ ਜਾਣ। ਬਿਲਕੁਲ ਜੀ, ਉਹਨਾਂ ਨੇ ਇਹ ਬਿਲਕੁਲ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਲਿਖਿਆ ਸੀਗਾ, ਜਿਹੜਾ ਇੱਕ ਲੈਟਰ ਇਹਦੇ ਵਿੱਚ ਹੈਗਾ। ਉਹ ਕਹਿੰਦੇ ਕਿ ਮੇਰੇ ਸਰੀਰ ਦਾ ਕੋਈ ਵੀ ਅੰਗ, ਜਿਵੇਂ ਕਿ ਅੱਖਾਂ,
ਗੁਰਦੇ, ਦਿਲ, ਕਿਡਨੀਜ਼, ਜੇ ਇਹ ਤੋਂ ਬਿਨਾਂ ਹੋਰ ਵੀ ਜਿਹੜਾ ਵੀ ਕਿਸੇ ਵੀ ਕੰਮ ਆ ਮੈਡੀਕਲ ਸਾਇੰਸ ਨੂੰ ਜ਼ਰੂਰੀ ਚਾਹੀਦਾ ਹੋਵੇ ਉਹ ਲੈ ਲੈ। ਜੇ ਇੰਡੀਆ ਦੇ ਵਿੱਚ ਇਹ ਨਹੀਂ, ਇਹ ਮੇਰੇ ਸਰੀਰ ਦੇ ਜੀਂਦੇ ਦਾ ਜਾਂ ਮੁਰਦੇ ਦੇ ਅੰਗ ਨਹੀਂ ਕੱਢ ਸਕਦੇ, ਮੇਰਾ ਜਿਹੜਾ ਸਰੀਰ ਆ ਉਸ ਦੇਸ਼ ਨੂੰ ਦਿੱਤਾ ਜਾਵੇ ਜਿੱਥੇ ਕਿ ਐਡਵਾਂਸ ਟੈਕਨੋਲੋਜੀ ਹੈਗੀ ਆ, ਮਤਲਬ ਮੈਡੀਕਲ ਟੈਕਨੋਲੋਜੀ, ਤੇ ਤਾਂ ਕਿ ਅੰਗਹੀਣਾਂ ਦੀ ਮਦਦ ਹੋ ਸਕੇ। ਔਰ ਇਹਨਾਂ ਨੂੰ ਫਾਂਸੀ ਦੇਣ ਤੋਂ ਬਾਅਦ ਇਹਨਾਂ ਦੇ ਉਹ ਅੰਗ ਲੈ ਕੇ ਫਿਰ ਉਹ ਬੋਡੀ ਦਿੱਤੀ ਗਈ ਆ। ਮੇਰਾ ਖਿਆਲ ਹੈ ਵੀ ਅੱਖਾਂ ਜਿਹੜੀਆਂ ਉਹ ਕਢਾ ਲਈਆਂ ਗਈਆਂ, ਤੇ ਬਾਕੀ ਉਸ ਵੇਲੇ 1972 ਦੀ ਗੱਲ ਹੈ, ਬਹੁਤਾ ਪ੍ਰਬੰਧ ਇੰਡੀਆ 'ਚ ਨਹੀਂ। ਜਿਹੜੀ ਜ਼ਰੂਰਤ ਸੀ ਉਹ ਉਹਨਾਂ ਨੇ, ਜੋ ਜ਼ਰੂਰਤ ਸੀ ਉਹਨਾਂ ਨੇ ਕਰ ਲਿਆ। ਤੇ ਨਾਲ ਉਹਨਾਂ ਨੇ ਇਹ ਕਿਹਾ ਸੀ ਕਿ ਮੇਰੇ ਸਰੀਰ ਨੂੰ ਟਾਂਕੇ ਤੋਪੇ ਲਾ ਕੇ, ਜੋ ਵੀ ਕੱਢਣਾ ਕੱਢ ਕੇ, ਬਾਅਦ ਵਿੱਚ ਮੇਰੇ ਸਰੀਰ ਨੂੰ ਟਾਂਕੇ ਤੋਪੇ ਲਾ ਕੇ, ਜਿਹੜਾ ਕਿ ਲਿਖਿਆ ਹੋਇਆ ਵਿੱਚ, ਮੇਰੇ ਵੀਰ ਸਰਦਾਰ ਗੁਰਮੀਤ ਸਿੰਘ ਬਾਸੀ ਦੇ ਹਵਾਲੇ ਕਰ ਦਿਓ, ਪੁਲਿਸ ਮੇਰੇ ਨਾਲ ਨਾ ਭੇਜੋ, ਪੁਲਿਸ ਮੇਰੇ ਨਾਲ। ਔਰ ਜਿਹੜੀ ਫੋਟੋ ਉਹਨਾਂ ਦੀ ਫਾਂਸੀ ਤੋਂ ਬਾਅਦ ਆ, ਜਦੋਂ ਉਸ ਚਿਹਰੇ ਨੂੰ ਦੇਖਦੇ ਉਹਦੇ ਤੇ ਕਿੰਨੀ ਸ਼ਾਂਤੀ ਆ, ਕਿੰਨੀ ਪੀਸਫੁਲ ਫੇਸ ਆ। ਹਾਂ, ਉਸ ਵੇਲੇ ਉਹ ਸਰਦਾਰ ਸਜੇ ਹੋਏ ਸੀ, ਕਦੇ ਵੀ ਪਹਿਲਵਾਨ ਹੁੰਦੇ, ਕਦੇ ਮੋਨੇ ਵੀ ਹੋ ਜਾਂਦੇ ਸੀ, ਪਰ ਚਿਹਰੇ ਤੇ ਨੂਰ ਬੜਾ ਉਸ। ਹਾਂ, ਇਹ ਮੇਰਾ ਖਿਆਲ ਆ ਜੇ ਜਿਹੜਾ ਨੂਰ ਕਿਸੇ ਅੰਦਰ ਦੀ ਸ਼ਕਤੀ ਕਰਕੇ। ਔਰ ਫਿਰ ਜਿਹੜੇ ਉੱਥੇ ਹੋਰ ਕੈਦੀ ਵੀ ਦੱਸਦੇ ਆ ਵੀ ਇਹ ਪੂਰੇ ਜਲਾਲ ਦੇ ਵਿੱਚ ਹੋਰਾਂ ਨੂੰ ਤਾਂ ਖਾਸ ਤੌਰ ਤੇ ਇਹਦਾ ਸਾਥੀ ਜਿਹੜਾ ਬਲਦੇਵ ਸਿੰਘ ਸੀਗਾ, ਉਹ ਤਾਂ ਕਹਿੰਦਾ ਬਹੁਤ ਰੋਂਦਾ ਹੁੰਦਾ ਸੀ, ਦੁਨੀਆ ਉਹ ਜਾਨੀ ਬਹੁਤ ਉਦਾਸ ਹੋ ਗਿਆ ਸੀ। ਇਹ ਗਾਉਂਦਾ ਹੁੰਦਾ ਸੀ, ਇਹਦਾ ਭਾਰ ਵੱਧ ਗਿਆ ਸੀਗਾ। ਤੇ ਇਹ ਮਤਲਬ ਇਹਦੇ ਬਾਰੇ ਇੱਕ ਹੋਰ ਵੀ ਗੱਲ, ਸ਼ਮਸ਼ੇਰ ਸੰਧੂ ਆਪਣੇ ਪਾਸ਼ ਬਾਰੇ ਜਦੋਂ ਲਿਖਦਾ ਹੈਗਾ ਆਪਣੀ ਕਿਤਾਬ ਦੇ ਵਿੱਚ, ਤਾਂ ਉਹ ਦੱਸਦਾ ਹੈਗਾ ਵੀ ਪਾਸ਼ ਇਹਦੇ ਨਾਲ ਵਾਲੀ ਕੋਠੀ ਸੀ, ਤੇ ਇਹ ਵੇਲੇ ਕੁ ਵੇਲੇ ਉੱਚੀ ਉੱਚੀ ਬੋਲ ਕੇ ਇੱਕ ਦੂਜੇ ਨਾਲ ਗੱਲਾਂ ਕਰਦੇ ਹੁੰਦੇ ਸੀ। ਹੋ ਸਕਦਾ ਇਹਨੇ ਦੱਸਿਆ ਮੈਂ ਸੁੱਚਾ ਸਿੰਘ ਆ, ਤੇ ਫਿਰ ਇੱਕ ਦੂਜੇ ਨੂੰ ਉੱਚੀ ਉੱਚੀ ਕਵਿਤਾਵਾਂ ਵੀ ਸੁਣਾਉਂਦੇ ਹੁੰਦੇ ਸੀਗੇ। ਹਾਂ, ਪਾਸ਼ ਦਾ ਤੇ ਸੁੱਚਾ ਸਿੰਘ ਦਾ ਏਜ ਦਾ ਤਾਂ ਬਹੁਤ ਫਰਕ ਸੀ, ਕਿਉਂਕਿ ਪਾਸ਼ ਦਾ ਜਨਮ 1952 ਦਾ ਸੀ, ਇਹਨਾਂ ਦਾ 1929 ਦਾ ਸੀਗਾ। ਇਹ ਫਿਰ ਉਸ ਸਮੇਂ ਜਦੋਂ ਫਾਂਸੀ ਲੱਗਣ ਤੋਂ ਕੁਝ ਸਮਾਂ ਪਹਿਲਾਂ ਦੀ ਗੱਲ ਨਾ, ਕੋਠੀ ਦੇ ਵਿੱਚ ਸੀ। ਉਸ ਸਮੇਂ ਦੇ ਵਿੱਚ ਉਹ ਨਕਸਲਵਾੜੀ ਮੂਵਮੈਂਟ ਦੇ ਵਿੱਚ ਉਹ ਉਸ ਸਮੇਂ ਦੇ ਦੌਰਾਨ ਉਹ ਇਹਦੇ ਨਾਲ ਵਾਲੀ ਕੋਠੀ ਦੇ ਵਿੱਚ ਕੁਝ ਸਮਾਂ ਰਹੇ ਸੀਗੇ। ਤੇ ਉਹ ਕਹਾਣੀ। ਔਰ ਦੂਸਰੀ, ਮੈਂ ਆਮ ਲੋਕਾਂ ਨੂੰ ਇਹ ਦੱਸ ਦਿਆਂ ਕਿ ਸਰਦਾਰ ਪ੍ਰਤਾਪ ਸਿੰਘ ਕੈਰੋਂ ਇੱਕ ਬਹੁਤ ਹੀ ਪੰਜਾਬ ਦੀ ਅਹਿਮ ਸ਼ਖਸੀਅਤ ਸਨ। ਉਹਨਾਂ ਨੇ ਬਾਹਰ ਆ ਕੇ ਜਿੱਥੇ ਪੋਲੀਟੀਕਲ ਸਾਇੰਸ ਦੀ MA ਕੀਤੀ, ਉਸ ਦੇ ਨਾਲ ਉਹਨਾਂ ਨੇ ਇਕਨੋਮਿਕਸ ਦੀ MA ਅਮਰੀਕਾ ਦੇ ਵਿੱਚ ਕੀਤੀ। ਕਰਨ ਤੋਂ ਬਾਅਦ ਉਹ ਪੰਜਾਬ ਦੇ ਵਿੱਚ ਜਾ ਕੇ ਕਾਂਗਰਸ ਦੇ ਮੁੱਢਲੇ ਸਭਾ ਦੇ ਵਿੱਚ ਉਹਦੇ ਮਿਨਿਸਟਰ ਬਣਨ ਤੋਂ ਬਾਅਦ ਪੰਜਾਬ ਦੇ ਉਹ ਮੁੱਖ ਮੰਤਰੀ ਬਣੇ। ਉਸ ਪੰਜਾਬ ਦੇ ਮੁੱਖ ਮੰਤਰੀ ਬਣੇ ਜਿਹੜਾ ਕਿ ਪਹਿਲਾ ਵੱਡਾ ਪੰਜਾਬ ਸੀ, ਜਿਹਦੇ ਵਿੱਚ ਹਿਮਾਚਲ ਵੀ ਹੁੰਦਾ ਸੀ ਤੇ ਉਹਦੇ ਵਿੱਚ ਹਰਿਆਣਾ ਵੀ ਨਾਲ ਸਾਥ ਸੀਗਾ। ਤੇ ਉਹਨਾਂ ਤੋਂ ਬਾਅਦ ਦੇ ਵਿੱਚ ਜਿਹੜਾ ਪੰਜਾਬੀ ਸੂਬਾ ਮਿਲਦਾ ਹੈਗਾ, ਉਸ ਤੋਂ ਬਾਅਦ ਦੇ ਵਿੱਚ ਹਿਮਾਚਲ ਦਾ ਹਿੱਸਾ ਕੱਟਿਆ ਜਾਂਦਾ ਤੇ ਹਰਿਆਣਾ ਬਣਦਾ ਹੈਗਾ। ਸਰਦਾਰ ਪ੍ਰਤਾਪ ਸਿੰਘ ਕੈਰੋਂ 1964 ਤੱਕ ਮੁੱਖ ਮੰਤਰੀ ਰਹੇ। 65 ਵੇਲੇ ਜਦੋਂ ਉਹਨਾਂ ਦਾ 2 ਫਰਵਰੀ 1965 ਦੇ ਵਿੱਚ ਕਤਲ ਕੀਤਾ ਗਿਆ, ਉਹ ਦਿੱਲੀ ਤੋਂ ਚੰਡੀਗੜ੍ਹ ਨੂੰ ਆ ਰਹੇ ਸੀ। ਰਸਤੇ ਦੇ ਵਿੱਚ ਉਹਨਾਂ ਦੇ ਨਾਲ ਇੱਕ ਡਰਾਈਵਰ ਸੀ, ਇੱਕ IAS ਅਫੀਸਰ ਸੀ, ਤੇ ਉਹ ਜਿਨ੍ਹਾਂ ਨੇ ਵੀ ਕਤਲ ਕੀਤਾ ਉਹਨਾਂ ਨੇ ਰਸਤੇ ਦੇ ਵਿੱਚ ਢੋਲ ਰੱਖੇ ਹੋਏ ਸੀ। ਜਦੋਂ ਢੋਲ ਦੇ ਸਾਹਮਣੇ ਗੱਡੀ ਆ ਕੇ ਰੁਕੀ ਸੜਕ ਦੇ ਉੱਤੇ, ਤਾਂ ਇਹ ਕੁਛ ਬੰਦਿਆਂ ਨੇ ਆ ਕੇ ਉਹਨਾਂ ਦੇ ਗੋਲੀਆਂ ਚਲਾਈਆਂ। 3 ਦੀ ਥਾਂ 'ਤੇ ਹੀ ਮੌਤ ਹੋ ਗਈ। ਉਹਨਾਂ ਦੇ ਵਿੱਚ ਫਿਰ ਇਹ ਜਿਹੜਾ ਸੁੱਚਾ ਸਿੰਘ, ਬਲਦੇਵ ਸਿੰਘ ਤੇ ਨਾਰ ਸਿੰਘ ਫੌਜੀ, ਇਹਨਾਂ ਦੇ ਨਾਂ ਜਿਹੜੇ ਇਹਨਾਂ 3 ਨੂੰ ਦਇਆ ਸਿੰਘ, ਚੌਥਾ ਦਇਆ ਸਿੰਘ ਨੂੰ ਉਹ ਭਗੌੜਾ ਰਿਹਾ। ਉਹ ਦਇਆ ਸਿੰਘ ਨੂੰ ਲਾਈਫ ਪਹਿਲਾਂ ਭਗੌੜਾ ਰਿਹਾ, ਆਫਟਰ ਅਰੈਸਟ ਕਰਨ ਤੋਂ ਬਾਅਦ, ਜਦੋਂ ਉਸ ਤੋਂ ਬਾਅਦ ਫਿਰ ਉਹਨੂੰ ਲਾਈਫ ਇੰਪ੍ਰਿਜ਼ਨਮੈਂਟ ਹੋ ਗਈ ਸੀ। ਇਹਨਾਂ 3 ਨੂੰ ਫਾਂਸੀ ਦੀ ਸਜ਼ਾ ਹੋਈ ਔਰ ਫਾਂਸੀ ਲਾਇਆ ਗਿਆ। ਸੁੱਚਾ ਸਿੰਘ ਬਹੁਤ ਸਾਰੇ ਹੁਣ ਕਈ ਵਾਰ ਕਹਿੰਦੇ ਹੁੰਦੇ ਆ ਵੀ ਕਈ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਨੇ, ਉਹਦੇ ਵਿੱਚੋਂ ਫਿਰ ਲੋਕ ਕਹਾਣੀਆਂ ਵੀ ਬਣਦੀਆਂ ਨੇ। ਇੱਕ ਹੋਰ ਥਿਊਰੀ ਜਿਹੜੀ ਮੈਂ ਇੱਕ ਹੋਰ ਕਿਤਾਬ ਪੜ੍ਹੀ ਸੀ, ਇਸ ਤੋਂ ਪਹਿਲਾਂ ਦੀ ਗੱਲ ਕਰਦਾ, ਉਹਦੇ ਵਿੱਚ ਇਹ ਕਿਹਾ ਜਾਂਦਾ ਹੈ ਵੀ ਜਦੋਂ ਕੈਰੋਂ ਦਾ ਕਤਲ ਕਰ ਦਿੱਤਾ ਜਾਂਦਾ
ਤਾਂ ਬਲਦੇਵ ਜਿਹੜਾ ਸੀਗਾ ਉਹ ਨੌਜਵਾਨ ਸ਼ੋਹਰਾ ਸੀਗਾ ਤੇ ਜਿਹੜਾ ਫੌਜੀ ਸੀ ਨਾ ਉਹ ਇਹਨੂੰ ਕਹਿੰਦਾ ਵੀ ਇਹਦਾ ਵੀ ਕੰਮ ਕਰ ਦਈਏ, ਹੁਣ ਆਪਾਂ ਇਹਦਾ ਮੁੱਦਾ ਖਤਮ ਕਰ ਦਈਏ, ਕਦੇ ਇਹ ਜੇ ਆਪਣੇ ਵਿੱਚੋਂ ਇਹਦੇ ਰਾਹੀਂ ਕਤਲ ਨਿਕਲ ਸਕਦਾ ਹੈਗਾ। ਗੱਲਾਂ ਸੁਣਦੇ ਆ ਲੋਕਾਂ ਤੋਂ ਸੁਣਦਾ। ਔਰ ਫਿਰ ਇਹ ਵੀ ਗੱਲ ਕਹੀ ਜਾਂਦੀ ਆ ਕਿ ਬਾਅਦ ਦੇ ਵਿੱਚ ਜਿਹੜਾ ਬਲਦੇਵ ਸੀ ਯੂਪੀ ਦੇ ਵਿੱਚ ਜ਼ਮੀਨ ਲਈ ਤਾਂ ਇਹ ਦਾਰੂ ਪੀ ਕੇ ਕਹਿਣ ਲੱਗ ਗਿਆ ਸੀ ਤਾਂ ਕੈਰੋਂ ਨਹੀਂ ਇਸ ਤਰ੍ਹਾਂ ਸੁਣੀਆਂ। ਇਸ ਤਰ੍ਹਾਂ ਦੀਆਂ ਕਥਾਵਾਂ ਹੈਗੀਆਂ ਨੇ। ਫਿਰ ਅਸ਼ਵਨੀ ਕੁਮਾਰ ਉਹਨਾਂ ਨੇ ਫਿਰ ਇਹ ਵੀ ਦੱਸਿਆ ਜਾਂਦਾ ਵੀ ਇਹ ਨੇਪਾਲ ਦੇ ਰਸਤੇ ਜਦੋਂ ਬਾਹਰ ਜਾ ਰਿਹਾ ਸੀ ਸੁੱਚਾ ਸਿੰਘ ਤਾਂ ਅਸ਼ਵਨੀ ਕੁਮਾਰ ਉਹਨਾਂ ਨੇ ਉੱਥੇ ਇਹਨੂੰ ਗ੍ਰਿਫਤਾਰ ਕੀਤਾ, ਉਹਦੇ ਨਾਲ ਉਹਦਾ ਵੀ ਹਾਈ ਪ੍ਰੋਫਾਈਲ ਸੁਣਦੇ ਆ ਕਿ ਅਸ਼ਵਨੀ ਕੁਮਾਰ ਉਹਨਾਂ ਦਾ ਵੀ ਇਹ ਕਿਹੜਾ ਮਤਲਬ ਹੀ ਵਾਸ ਆਲਸੋ ਓਲੰਪੀਅਨ। ਜਿਹੜੇ ਅਸ਼ਵਨੀ ਕੁਮਾਰ ਸੀਗੇ ਉਹ ਵੀ ਹਾਕੀ ਦੇ ਵਿੱਚ ਓਲੰਪੀਅਨ ਸੀਗਾ, ਮੇਰੇ ਖਿਆਲ ਕਪਤਾਨੀ ਕੀਤੀ ਇੰਡੀਆ ਦੀ ਉਹਨਾਂ ਨੇ ਆਪਣੇ ਸਮਿਆਂ ਦੇ ਵਿੱਚ, ਫਿਰ DIG ਬਣੇ ਨਾ, ਤੇ ਉਹ ਵੀ ਇਹਨਾਂ ਦੇ ਬੜੇ ਨੇੜੇ ਰਹੇ ਸੀ। ਉਹਨਾਂ ਨੂੰ ਪਤਾ ਸੀ, ਮੇਰਾ ਖਿਆਲ ਜਦੋਂ ਅਰੈਸਟ ਕਰਨਾ ਸੀ ਫਿਰ ਕੀਤਾ ਨੇਪਾਲ ਚੋਂ। ਕੈਨ ਯੂ ਬਲੀਵ ਕਿ ਉਸ ਵੇਲੇ ਦੇ ਨੇਪਾਲ ਦੇ ਰਾਜੇ ਦਾ ਜਿਹੜਾ ਪ੍ਰਿੰਸ ਸੀ ਉਹ ਵੀ ਖਾਲਸਾ ਕਾਲਜ ਕਿਹਾ ਜਾਂਦਾ ਕਿ ਪੜ੍ਹਦਾ ਸੀ, ਉਹ ਵੀ ਇਹਨਾਂ ਦਾ ਦੋਸਤ ਸੀ। ਅੱਛਾ। ਤੇ ਮਤਲਬ ਇਹੋ ਜਿਹਾ ਇਹਨਾਂ ਦੀ ਘੇਰਾ ਸੀਗਾ ਇਹਨਾਂ ਦਾ, ਕਿਉਂਕਿ ਉਦੋਂ ਕਿੰਨੇ ਨੌਜਵਾਨ ਸੀ ਜਿਹੜੇ BA 10ਵੀਂ ਤੋਂ ਬਾਅਦ ਪੜ੍ਹਦੇ ਸੀ, ਔਰ ਖਾਲਸਾ ਕਾਲਜ ਅੰਮ੍ਰਿਤਸਰ ਉਹ ਤੇ ਅਲੀਟ ਕਲਾਸ। ਇਹ ਜਿਹੜਾ ਜਦੋਂ ਕੇਸ ਇਹਨਾਂ 'ਤੇ ਪਾਇਆ ਜਾਂਦਾ ਤਾਂ ਉਦੋਂ ਇਹ ਕਿਹਾ ਜਾਂਦਾ ਵੀ ਇਹਦੇ ਫਾਦਰ ਤੇ ਇੱਕ ਹੋਰ ਵਿਅਕਤੀ ਦਾ ਜਦੋਂ ਕਤਲ ਹੋਇਆ ਤਾਂ ਉਹਦੇ ਵਿੱਚ ਜਿਹੜੀ ਕੈਰੋਂ ਨੇ ਰੋਲ ਦੂਸਰਾ ਨਿਭਾਇਆ ਸੀ, ਜਿਹਦੇ ਕਾਰਨ ਕਰਕੇ ਇਹਨਾਂ ਉੱਤੇ ਇਸ ਕਰਕੇ ਦੋਸ਼ ਲੱਗਦਾ ਵੀ ਇਹਨਾਂ ਨੇ ਉਹ ਇਹਨਾਂ ਦਾ ਫਾਦਰ ਦਾ ਨਹੀਂ ਜੀ, ਉਹ ਉੱਚਾ ਪਿੰਡ ਕੇਸ ਕਹਿੰਦੇ ਆ ਉਹਨੂੰ। ਉੱਥੇ ਬੈਕਗਰਾਉਂਡ ਮਾਝੇ ਦੀ ਸੀ ਤੇ ਉੱਚਾ ਪਿੰਡ ਮੁਸਲਮਾਨਾਂ ਦਾ ਪਿੰਡ ਸੀ ਜਿਹੜਾ ਕਿ ਵੈਰੀ ਕਲੋਜ਼ ਟੂ ਫਗਵਾੜਾ, ਜਿਹਦੇ ਆਲੇ ਦੁਆਲੇ ਪਿੰਡ ਦਰਵੇਸ਼ ਪਿੰਡ ਵਗੈਰਾ, ਉੱਚਾ ਪਿੰਡ ਤੇ ਸਰਾਲੀ ਵਗੈਰਾ ਹੈਗੇ। ਤੇ ਉਹ ਜਿਹੜਾ ਜੀਤ ਸਿੰਘ ਸੀਗਾ ਉਹ ਇਕੱਲਾ ਹੀ ਪੁੱਤ ਸੀਗਾ ਤੇ ਉਹਨਾਂ ਦੇ ਭਣੋਈਏ ਦਾ ਕਤਲ ਹੋਇਆ ਸੀਗਾ। ਉਸ ਕਤਲ ਦੇ ਵਿੱਚ ਜੀਤ ਸਿੰਘ ਤੇ ਉਹਦੇ ਬਾਪ ਨੂੰ ਵੀਰ ਸਿੰਘ ਨੂੰ ਫਾਂਸੀ ਲੱਗ ਗਈ ਸੀ ਤੇ ਫਾਂਸੀ ਕੈਰੋਂ ਸਾਹਿਬ ਦੇ ਜ਼ਮਾਨੇ ਵਿੱਚ ਹੋਈ ਸੀਗੀ। ਜਿਹੜਾ ਕਿਹਾ ਜਾਂਦਾ ਕਿ ਅਜੀਤ ਸਿੰਘ ਇਹਦਾ ਮਤਲਬ ਜਿਗਰੀ ਯਾਰ ਤੋਂ ਵੱਧ ਭਰਾਵਾਂ ਵਰਗਾ ਸੀਗਾ। ਤੇ ਜਿਹੜੀ ਫਾਂਸੀ ਆ ਉਹ ਸੁੱਚੇ ਦੇ ਮੁਤਾਬਕ ਲੋਕ ਕਹਿੰਦੇ ਆ ਕਿ ਉਹ ਵੀ ਝੂਠੀ ਦਿੱਤੀ ਗਈ, ਜਦੋਂ ਕਿ ਉਹਨੇ ਕਤਲ ਨਹੀਂ ਸੀ ਕੈਰੋਂ ਵੱਲੋਂ ਮਤਲਬ ਇਨੀਸ਼ੀਏਟਿਵ ਲੈ ਕੇ ਉਹਨੂੰ ਫਾਂਸੀ ਦਵਾਈ ਗਈ। ਇਹ ਕੀ ਗੱਲਾਂ ਕਹੀਆਂ ਜਾਂਦੀਆਂ। ਕੈਰੋਂ ਵੀ ਇਹੋ ਜਿਹਾ ਆਦਮੀ ਤੇ ਨਹੀਂ ਸੀਗਾ ਕਿਉਂਕਿ ਹੀ ਵਾਸ ਵੈਲ ਐਜੂਕੇਟਡ, ਹੀ ਵਾਸ ਪੋਲੀਟੀਕਲ ਫਿਲਾਸਫਰ ਐਕਚੁਅਲੀ। ਮੈਕੀਵੈਲੀ ਦੀ ਕਿਤਾਬ ਹੱਥ 'ਚ ਰੱਖਦਾ ਸੀ, ਕਹਿੰਦੇ ਅਥੋਰੀਟੇਰੀਅਨ ਸੀਗਾ। ਐਂਡ ਹੀ ਵਾਸ ਨਾਟ ਪੰਜਾਬੀ ਹਤੈਸ਼ੀ ਆਦਮੀ ਸੀ ਉਹ, ਔਰ ਕੁੜੀਆਂ ਦਾ ਹਤੈਸ਼ੀ। ਉਹਨੇ ਕੁੜੀਆਂ ਦੇ ਖਾਸ ਤੌਰ ਤੇ ਸਕੂਲ ਸ਼ੁਰੂ ਕੀਤੇ ਪਿੰਡਾਂ ਦੇ ਵਿੱਚ। ਮਤਲਬ ਆਈ ਡੋਂਟ ਨੋ ਅਨਫੋਰਚੂਨੇਟ ਕਿਉਂ ਕੀਤਾ ਗਿਆ ਔਰ ਕਿਉਂ ਹੋਇਆ ਔਰ ਕਿਹਨੇ ਕੀਤਾ ਗਿਆ, ਮਤਲਬ ਇਹ ਤੇ। ਔਰ ਇਸ ਕਿਤਾਬ ਦੇ ਵਿੱਚ ਵੀ ਉਹਨਾਂ ਦੀ ਧਰਮ ਪਤਨੀ ਇਹ ਕਹਿ ਰਹੀ ਆ ਕਿ ਕੇਸ ਨੂੰ ਦੁਬਾਰਾ ਖੋਲ੍ਹਿਆ ਜਾਵੇ। ਦੂਸਰੀ ਗੱਲ ਇਹ ਕੈਰੋਂ ਦੇ ਲੜਕੇ ਸੁਰਿੰਦਰ ਕੈਰੋਂ ਹੋਣੀ ਜਦ ਇਹਨਾਂ ਦੇ ਉੱਤੇ ਕੇਸ ਪਾਇਆ ਹੋਇਆ ਸੀ ਉਸ ਵੇਲੇ ਵੀ ਉਹ ਕਹਿ ਰਹੇ ਸੀ ਵੀ ਇਹ ਸੁੱਚੇ ਹੋਰਾਂ ਦਾ ਇਹ ਨਹੀਂ ਕੰਮ ਕੀਤਾ, ਇਹ ਦਰਬਾਰਾ ਸਿੰਘ ਹੋਰਾਂ ਦਾ ਪੋਲੀਟੀਕਲ ਮਰਡਰ ਉਹਨਾਂ ਵੱਲੋਂ ਪੋਲੀਟੀਕਲ ਮਰਡਰ ਕਰਵਾਇਆ ਗਿਆ ਹੈਗਾ। ਵੀ ਉਹਨਾਂ ਦੀ ਵੀ ਉਸ ਸਮੇਂ ਨਹੀਂ ਉਹ ਗੱਲ ਸਿਰੇ ਚੜ੍ਹੀ। ਮਤਲਬ ਜਿਸ ਦੇ ਬਾਪ ਦੀ ਫਾਂਸੀ ਮਤਲਬ ਕਤਲ ਦੇ ਤੌਰ 'ਤੇ ਇਹਨਾਂ ਨੂੰ ਫਾਂਸੀ ਮਿਲਦੀ ਆ, ਉਹਦਾ ਬੇਟਾ ਕਹਿ ਰਿਹਾ ਕਿ ਵੀ ਇਹਨਾਂ ਦਾ ਨਹੀਂ ਕੀਤਾ ਹੋਇਆ ਗਿਆ। ਹਾਂ, ਉਹ ਕਹਿ ਰਿਹਾ। ਉਹ ਦੂਜੀ ਬੜੀ ਇੰਟਰਸਟਿੰਗ ਗੱਲ ਆ ਵੀ ਜਦੋਂ ਕਿ ਉਸ ਕੇਸ ਦੇ ਵਿੱਚ ਜਿੱਥੇ ਪੁੱਤ ਨੂੰ ਫਾਂਸੀ ਆ ਗਈ, ਜੀਤ ਸਿੰਘ ਤੇ ਵੀਰ ਸਿੰਘ ਨੂੰ ਹੈ, ਤੇ ਉਹਦੇ ਬਾਪ ਦਾ ਨਾਮ ਵੀਰ ਸਿੰਘ ਸੀਗਾ। ਤੇ ਜਦੋਂ ਸੁੱਚਾ ਸਿੰਘ ਕਹਿੰਦੇ ਆ ਵੀ ਇਹ ਵੀ ਦੰਦ ਕਥਾ ਆ, ਕਹਿੰਦੇ ਆ ਕਿ ਭੇਸ ਬਦਲ ਕੇ ਇੱਕ ਬੁੜੇ ਦਾ ਰੂਪ ਧਾਰ ਕੇ ਖੂੰਡੀ ਹੱਥ 'ਚ ਫੜੀ, ਚਿੱਟੀ ਦਾੜੀ ਲਗਾ ਕੇ ਬਰੋਟੀ ਤੇ ਉਹਨਾਂ ਨਾਲ ਮੁਲਾਕਾਤ ਕਰਕੇ ਆਇਆ। ਅੱਛਾ, ਇਹ ਵੀ ਕਿਹਾ ਜਾਂਦਾ। ਤੇ ਕਹਿੰਦੇ ਆ ਵੀ ਜਦੋਂ ਉਹ ਬਜ਼ੁਰਗ ਨਾਲ ਮੁਲਾਕਾਤ ਕੀਤੀ ਤੇ ਉਹਦੇ ਅੱਖਾਂ 'ਚ ਹੰਝੂ ਆ ਗਏ। ਉਹਨੇ ਕਿਹਾ ਵੀ ਉਹ ਮੈਂ ਤਾਂ ਨਿਆਈ ਫਾਂਸੀ ਚੜ੍ਹਨ ਲੱਗਾ, ਇਹ ਨਿਆਂ ਨਹੀਂ ਹੈ, ਇਹ ਬੇਇਨਸਾਫੀ ਆ। ਤੇ
ਦੰਦ ਕਥਾਵਾਂ ਇਹ ਵੀ ਕਹਿੰਦੀਆਂ ਵੀ ਸੁੱਚੇ ਦੇ ਵੀ ਮਤਲਬ ਅੱਖਾਂ 'ਚੋਂ ਹੰਝੂ ਆ ਗਿਆ, ਭਾਵੇਂ ਕਿ ਭਗੌੜਾ ਸੀ ਉਸ ਕੇਸ ਦੇ ਵਿੱਚ। ਤੇ ਕਹਿੰਦਾ ਬਾਪੂ ਕੋਈ ਗੱਲ ਨਹੀਂ, ਫੈਸਲਾ ਤਾਂ ਉੱਪਰ ਵਾਲਾ ਕਰਦਾ, ਰਿਕੁਐਸਟ ਕਰਾਂਗੇ ਕਿ ਤੇਰੇ ਨਾਲ ਜੋ ਨਿਆਂ ਹੋਇਆ ਉਹਦਾ ਨਿਆਂ ਕੀਤਾ ਜਾਵੇ। ਆਈ ਡੋਂਟ ਨੋ ਕੀ ਹੋਇਆ। ਅੱਜ ਵੀ ਤੁਹਾਡੇ ਪਿੰਡ ਦੇ ਵਿੱਚ ਸੁੱਚਾ ਸਿੰਘ ਦੀ ਜਗ੍ਹਾ ਬਣੀ ਹੈ, ਸਮਾਧ ਬਣੀ ਹੋਈ ਆ, ਲੋਕ ਉੱਥੇ ਜਾਂਦੇ ਆ, ਕਿਸ ਤਰ੍ਹਾਂ ਅੱਜ ਮਹਿਸੂਸ ਕਰਦੇ ਥੋੜ੍ਹੇ ਮਿੰਟਾਂ ਦੇ ਵਿੱਚ? ਹੁਣ ਲੋਕ ਦੇ ਫੀਲ ਪ੍ਰਾਊਡ ਕਿ ਸੁੱਚਾ ਸਿੰਘ ਇਹੋ ਜਿਹਾ ਨੌਜਵਾਨ ਸਾਡੇ ਪਿੰਡ 'ਚ ਪੈਦਾ ਹੋਇਆ ਜਿਹੜਾ ਕਿ ਐਜੂਕੇਸ਼ਨਲਿਸਟ ਸੀ, ਸਪੋਰਟਸਮੈਨ ਸੀਗਾ, ਨੋਨ ਸੀ, ਸਰਪੰਚ ਸੀ, ਪੋਲੀਟੀਸ਼ੀਅਨ, ਗੁੱਡ ਸਪੀਕਰ ਸੀਗਾ। ਤੇ ਲੋਕ ਤਾਂ ਇਹ ਵੀ ਕਹਿੰਦੇ ਆ ਵੀ ਘਰ ਘਰ ਪੁੱਤ ਜੰਮਦੇ, ਸੁੱਚੇ ਵਰਗਾ ਕਿਨੇ ਨਹੀਂ ਹੋ ਜਾਣਾ। ਸੋ ਉਹ ਸਾਰੇ ਪਿੰਡ ਦਾ ਪੁੱਤ ਸੀ ਮੇਰੇ ਖਿਆਲ ਮੁਤਾਬਕ। ਇਸ ਦੇ ਨਾਲ ਹੀ ਅੱਜ ਗੱਲ ਨੂੰ ਸਮੇਟਦੇ ਹਾਂ। ਤੁਹਾਡਾ ਬਹੁਤ ਬਹੁਤ ਧੰਨਵਾਦ, ਬੜੀ ਤੁਸੀਂ ਦਿਲਚਸਪ ਜਾਣਕਾਰੀ ਦਿੱਤੀ ਹੈ ਇਹਦੇ ਬਾਰੇ। ਤੇ ਆਉਣ ਵਾਲੇ ਸਮੇਂ ਦੇ ਵਿੱਚ ਫੇਰ ਮਿਲਦੇ ਹਾਂ ਆਪਾਂ, ਤੇ ਅੱਜ ਗੱਲਬਾਤ ਨੂੰ ਇੱਥੇ ਸਮਾਪਤ ਕਰਦੇ ਹਾਂ। ਤੁਹਾਡਾ ਸਾਰਿਆਂ ਦਾ ਹਰ ਵਾਰ ਦੀ ਤਰ੍ਹਾਂ ਸਾਡਾ ਸਾਥ ਦੇਣ ਲਈ ਬਹੁਤ ਬਹੁਤ ਧੰਨਵਾਦ। ਸਾਰਿਆਂ ਨੂੰ ਬਹੁਤ ਹੀ ਪਿਆਰ ਅਤੇ ਸਤਿਕਾਰ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।